वंदना सिमरो अंगद दुख निकंदना अमरदास हृदय नित ध्यावो हृदय नित श्री गुरु रामदास गुण गावो गुरु अर्जन विघ्नन के नाशक श्री हरि गोविंद शुभ मत प्रकाशक श्री हर राय नमो कर जोरी श्री हर कृष्ण नाम बहोरी तेग बहादुर परम कृपाला श्री गुरु गोबिंद सिंह विशाला तरों तरा पर पुन वाहिगुरु पुन शीशा बंदों बार बार जगदीशा जिसमें अमृत ज्ञान है मानुख भगत बैराग श्री गुरु ग्रंथ साहिब उद्धत बंदों कर अनुराग एक अंकारा सतगुरु तेह प्रसाद सच होए वाहिगुरु जी की फतेह है विघ्न विनाशन वाहिगुरु जी की फतेह है विघ्न विनाशन जो खोयो ममता मिटे देवो अभय कमाए हों आयो ले बन कछु दीनो सबे गवाए जुगो जुग अटल शब्द गुरु शबर शतर तख्त दे मालक धन साहिब श्री गुरु ग्रंथ साहिब महाराज तिन्हां दी मुबारक हजूरी अंदर संध्या वक्त तो सजे पावन दीवान तिन्हां दियां हाजरियां कर रहे गुरु सवारे गुरु प्यारे सत्संगी जनों तनता दे योग हो सतगुरां दी पावन हजूरी अंदर बैठ के गुरु गुरु जपन दा सुभाग सतगुरु जी ने बख्शिश कीता है। चल रही लड़ीवार श्री गुरु प्रताप सूरज ग्रंथ की मुबारक कथा जिस कथा अंदर धन गुरु नानक पातशाह महाराज जी के जीवन तो आपां जाणू हो रहे हैं। बाल अवस्था विच सतगुरु जी ने जो कौतुक परोपकार साडे ते कीते ने तिन्हां दी विचार दे नाल आपां रोजाना सांझ पाउने हैं। कल दे दीवाना विच जिवें आप जी ने सरवण कीता धन गुरु नानक पातशाह महाराज जी की शोभा सुल्तानपुर लोधी ही नहीं आस पास के इलाके जिथों भी कोई लोड़वंद आउंदा मोदी खाने दे विचों वो झोलियां भर के जदों लैके जांदा ते गुरु साहिब जी की उस्तत करदा। कोने कोने विच घर घर विच गुरु नानक साहिब जी की वडियाई की परोपकार की जिहड़ा शोभा होण लगी है।
ਤਲਵੰਡੀ ਤੋਂ ਵੀ ਲੋਕ ਆਉਂਦੇ ਨੇ। ਲੋੜਵੰਦ ਲੋਕ ਆਪਣੀਆਂ ਲੋੜਾਂ ਪੂਰੀਆਂ ਕਰਕੇ ਉਸ ਮੋਦੀਖਾਨੇ ਦੇ ਵਿੱਚੋਂ ਜਾਂਦੇ ਨੇ। ਜਦੋਂ ਬਾਬਾ ਮਹਿਤਾ ਕਾਲੂ ਜੀ ਨੂੰ ਪਤਾ ਲੱਗਾ ਸੰਸਾਰ ਜਿਹੜਾ ਹੈ, ਲੋਕ ਜਿਹੜੇ ਨੇ ਵਡਿਆਈ ਕਰ ਰਹੇ ਨੇ ਮੇਰੇ ਪੁੱਤਰ ਦੀ, ਤੇ ਮਨ ਦੇ ਵਿੱਚ ਇਹ ਵਿਚਾਰ ਆਈ ਕਿ ਅਸਲ ਦੇ ਵਿੱਚ ਹੋ ਸਕਦਾ ਹੈ ਕਿ ਹਾਲੇ ਵੀ ਮੇਰਾ ਪੁੱਤਰ ਧਨ ਨਾ ਜੋੜਦਾ ਹੋਵੇ, ਇਹ ਫਕੀਰਾਂ ਨੂੰ ਲੁਟਾ ਰਿਹਾ ਹੈ। ਇਸ ਲਈ ਮੈਂ ਸੁਲਤਾਨਪੁਰ ਜਾ ਕੇ ਉੱਥੇ ਆਪਣੇ ਪੁੱਤਰ ਨੂੰ ਸਮਝਾਵਾਂਗਾ ਤੇ ਨਾਲ ਜੋ ਖਟਿਆ ਹੋਏਗਾ, ਕਮਾਇਆ ਹੋਏਗਾ, ਉਹ ਮੈਂ ਲੈ ਕੇ ਆਵਾਂਗਾ। ਉੱਥੇ ਜਾ ਕੇ ਵਾਰਤਾਲਾਪ ਹੁੰਦੀ ਹੈ, ਆਪਸ ਦੇ ਵਿੱਚ ਵਿਚਾਰ ਹੁੰਦੀ ਹੈ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਮਾਇਆ ਤੇ ਬੜਾ ਕੁਝ ਸੀ, ਪਰ ਮਾਇਆ ਹੱਥ ਨਹੀਂ ਆਈ। ਬਹੁਤ ਕਮਾਈ ਕੀਤੀ ਹੈ, ਪਰ ਮਾਇਆ ਜਿਹੜੀ ਹੈ ਇਹ ਹੱਥ ਨਹੀਂ ਆਈ। ਰੋਸ ਵਜੋਂ ਗੁੱਸੇ ਦੇ ਵਿੱਚ ਆ ਕੇ ਬਾਬਾ ਮਹਿਤਾ ਕਾਲੂ ਜੀ ਨੇ ਬੜੇ ਕਠੋਰ ਬਚਨ ਜਿਹੜੇ ਨੇ ਗੁਰੂ ਸਾਹਿਬ ਜੀ ਨੂੰ ਬੋਲੇ ਨੇ। ਤੇ ਹੋਰ ਵੀ ਜੋ ਅੱਗੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਆਓ ਆਪਾਂ ਵਿਚਾਰੀਏ। ਪਾਵਨ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੋ ਖੋਇਓ ਮਮਤਾ ਤੇ ਦੇਵੋ ਅਬੈ ਕਮਾਏ। ਹੋ ਆਇਓ ਲੇਵਨ ਕਛੂ ਦੀਨੋ ਸਬੈ ਗਵਾਏ। ਬਾਬਾ ਮਹਿਤਾ ਕਾਲੂ ਜੀ ਗੁੱਸੇ ਵਿੱਚ ਆਏ, ਬਹੁਤ ਜ਼ਿਆਦਾ ਗੁੱਸੇ ਵਿੱਚ। ਕਹਿਣ ਲੱਗੇ ਜੋ ਖੋਇਓ ਮਮਤਾਮ ਤੇ, ਜੋ ਹੁਣ ਤੱਕ ਅੱਜ ਤੱਕ ਤੁਸੀਂ ਜਿਹੜਾ ਹੈ ਗਵਾਇਆ ਹੈ ਨਾ ਮੇਰੀ ਕਮਾਈ ਨੂੰ, ਤੁਸੀਂ ਉਹ ਮੈਨੂੰ ਚਾਹੀਦਾ ਹੈ। ਜਿੱਥੋਂ ਮਰਜ਼ੀ ਲਿਆ ਕੇ ਦਿਓ, ਜਿੱਦਾਂ ਮਰਜ਼ੀ ਦਿਓ, ਪਰ ਹੋਣਾ ਤੇ ਇਹ ਚਾਹੀਦਾ ਸੀ ਕਿ ਤੁਸੀਂ ਜਿਹੜਾ ਹੈ ਜੋ ਅੱਜ ਤੱਕ ਖਰਚਿਆ ਹੈ, ਜੋ ਅੱਜ ਤੱਕ ਜਿਹੜਾ ਤੁਹਾਡੇ ਤੇ ਖਰਚਾ ਹੋਇਆ ਹੈ, ਤੁਸੀਂ ਇਹ ਕਮਾ ਕੇ ਤੇ ਮੇਰੀ ਹਥੇਲੀ ਵਿੱਚ ਰੱਖ ਦੇ, ਪਰ ਤੁਸੀਂ ਤੇ ਫਕੀਰਾਂ ਨੂੰ, ਲੋੜਵੰਦਾਂ ਨੂੰ, ਗਰੀਬਾਂ ਨੂੰ, ਮੰਗਤਿਆਂ ਨੂੰ ਦੇ ਦੇ ਕੇ ਲੁਟਾਈ ਜਾ ਰਹੇ ਹੋ। ਇਸ ਕਰਕੇ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਨੇ ਮੈਂ ਤਾਂ ਕੁਝ ਲੈਣ ਆਇਆ ਸੀ, ਪਰ ਤੁਸੀਂ ਤੇ ਸਭ ਕੁਝ ਗਵਾ ਦਿੱਤਾ ਹੈ। ਵੈਸ ਤਰੁਨ ਇਸ ਕੀ ਪਈ ਸਮਝ ਨ ਆਈ ਕੋਇ। ਪਾਛਲ ਜੈਸੀ ਮਤ ਰਹੀ ਹਾਨ ਲਾਭ ਸਭ ਤੋਏ। ਉਮਰ ਤੇ ਕਾਫੀ ਤੁਹਾਡੀ ਹੋ ਗਈ ਹੈ, ਜਵਾਨ ਹੋ ਗਏ ਜੋ ਤੁਸੀਂ। ਹੁਣ ਪਿਤਾ ਦਾ ਲਹਿਜਾ ਹੋਰ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਉਸ ਲਹਿਜੇ ਦੇ ਵਿੱਚ ਅਸੀਂ ਨਹੀਂ ਇੱਥੇ ਬੋਲ ਸਕਦੇ। ਪਿਤਾ ਜਿਹੜਾ ਹੈ ਪੁੱਤਰ ਨੂੰ ਗੁੱਸੇ ਵਿੱਚ ਕਿੱਦਾਂ ਦੇ ਬੋਲ ਬੋਲਦਾ ਹੈ, ਉਹ ਸ਼ਾਇਦ ਆਪ ਨੂੰ ਸਮਝ ਹੋਏਗੀ, ਪਤਾ ਹੋਏਗਾ। ਪਰ ਇੱਥੇ ਕਵੀ ਜੀ ਕਹਿਣ ਲੱਗੇ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਜਵਾਨ ਤੇ ਬਹੁਤ ਹੋ ਗਏ, ਇੱਦਾਂ ਲਹਿਜੇ ਵਿੱਚ ਬੋਲਿਆ ਹੋਏਗਾ, ਤੂੰ ਤੇ ਬੜਾ ਜਵਾਨ ਹੋ ਗਏ, ਪਰ ਸਮਝ ਹਜੇ ਤੱਕ ਵੀ ਨਹੀਂ ਆਈ। ਇਸ ਤਰ੍ਹਾਂ ਜਿਹੜਾ ਹੈ ਇਸ ਦੀ ਪਹਿਲੀ ਮੱਤ ਸੀ, ਹੁਣ ਵੀ ਉਸੇ ਤਰ੍ਹਾਂ ਦੀ ਹੈ। ਕਹਿ ਲਓ ਕਿ ਬਚਪਨ ਤੋਂ ਜਿੱਦਾਂ ਦਾ ਸੀ ਨਾ, ਉਦਾਂ ਦਾ ਹੋਣਾ। ਨਾ ਤੈਨੂੰ ਹਾਨੀ ਬਾਰੇ ਪਤਾ ਹੈ, ਨੁਕਸਾਨ ਬਾਰੇ ਪਤਾ ਹੈ, ਨਾ ਤੈਨੂੰ ਨਫੇ ਬਾਰੇ ਪਤਾ ਹੈ। ਲਾਭ ਤੇ ਹਾਨੀ ਦਾ ਹਾਲੇ ਤੱਕ ਕੁਝ ਪਤਾ ਨਹੀਂ। ਸਵਈਆ ਤਾਮ ਕੋ ਨਾਹੀ ਸੰਦੇਹ ਕੋ। ਤਨ ਖੋਵਤ ਖਾਵਤ ਏਕ ਸੀ ਜੋਰੀ। ਧਨ ਕਮਾਉਣ ਦਾ ਕੋਈ ਫਿਕਰ ਨਹੀਂ ਹੈ, ਧਨ ਗਵਾਉਣ ਤੇ ਖਾਣ ਵਿੱਚ ਇੱਕੋ ਜਿਹੀ ਜਿਹੜਾ ਹੈ ਸੁੱਤ ਜੋੜੀ ਹੋਈ ਹੈ। ਭਾਵ ਅਸਲ ਦੇ ਵਿੱਚ ਤੁਸੀਂ ਇੱਥੇ ਨਾਲ ਭਾਈ ਬਾਲਾ ਜੀ ਨੂੰ ਕਿਹਾ ਜਾ ਰਿਹਾ, ਕਹਿਣ ਲੱਗੇ ਤੁਸੀਂ ਦੋਵੇਂ ਜੋੜੀ। ਧਨ ਕਮਾਇਆ ਤੇ ਅੱਜ ਤੱਕ ਕੁਝ ਵੀ ਨਹੀਂ ਹੈ, ਗਵਾਇਆ ਤੁਸੀਂ ਬੜਾ ਹੈ। ਦੂਜੋ ਜੇ ਹੋਤ ਪਾਲੋ ਸਮਝਾਵਤ ਹੈ ਨਾ ਗਮੀ ਤਨ ਕੀ ਮਨ
जोरी। ਅਸਲ ਦੇ ਵਿੱਚ ਜੇ ਕੋਈ ਹੁੰਦਾ ਨਾ, ਕੋਈ ਭਲਾ ਪੁਰਖ ਤੇਰੇ ਨਾਲ, ਤੈਨੂੰ ਸਮਝਾ ਸਕਦਾ, ਪਰ ਇਹ ਵੀ ਇਦਾਂ ਦਾ ਹੀ ਹੈ। ਇਸ ਕਰਕੇ ਜਿਹੜਾ ਹੈ ਕੋਈ ਵੀ ਚਿੰਤਾ ਨਹੀਂ ਤੁਹਾਨੂੰ, ਕੋਈ ਵੀ ਫਿਕਰ ਨਹੀਂ ਹੈ। ਜਿਹੜਾ ਧਨ ਆ ਰਿਹਾ ਹੈ, ਕਮਾਈ ਆ ਰਹੀ ਹੈ, ਤੁਸੀਂ ਗਰੀਬਾਂ ਤੇ ਲੁਟਾਈ ਜਾ ਰਹੇ ਹੋ। जो मत वान भूतों को मानव कार, इसे मैले तन जोरी। ਜੇ ਕੋਈ ਸੂਝਵਾਨ ਹੁੰਦਾ ਨਾ, ਹੁਣ ਤੱਕ ਪਤਾ ਨਹੀਂ ਕਿੰਨਾ ਕੁਝ ਜੋੜ ਲੈਂਦਾ। ਜਿੰਨੀ ਇੱਥੇ ਭੀੜ ਲੱਗਦੀ ਮੋਦੀ ਖਾਨੇ ਵਿੱਚ, ਜਿੰਨੀ ਕਮਾਈ ਹੁੰਦੀ ਹੈ, ਜੇਕਰ ਕੋਈ ਸਮਝਦਾਰ ਹੁੰਦਾ ਨਾ, ਇਹ ਬਾਬਾ ਮਹਿਤਾ ਕਾਲੂ ਜੀ ਦੇ ਲਫ਼ਜ਼ ਨੇ, ਤੇ ਅੱਜ ਤੱਕ ਬਹੁਤ ਧਨ ਨੇ ਜੋੜ ਲੈਣਾ ਸੀ। हुए ब्याह ता क्या खर्च, तब चाहेगा आप कमाई जो मोरी। ਜਦੋਂ ਵਿਆਹ ਹੋਏਗਾ ਤੁਹਾਡਾ ਤੇ ਕਿੱਥੋਂ ਖਰਚਾ ਕਰੋਗੇ ਤੁਸੀਂ? ਤੇ ਮੇਰੀ ਕਮਾਈ ਵਿੱਚੋਂ ਖਰਚਾ ਫਿਰ ਤੁਸੀਂ ਕਰੋਗੇ। ਇਹ ਤੋਂ ਚੰਗਾ ਹੈ ਕੁਝ ਧਨ ਜੋੜੋ, ਕਮਾਓ, ਜਿਸ ਕਰਕੇ ਜਿਹੜਾ ਹੈ ਅੱਗੇ ਤੁਹਾਡਾ ਵਿਆਹ ਹੋਣਾ ਹੈ, ਆਨੰਦ ਕਾਰਜ ਹੋਣਾ ਹੈ, ਤੇ ਉਹ ਤੇ ਧਨ ਆਦਿਕ ਲੱਗਣਾ ਹੈ। ਇਸ ਲਈ ਜਿਹੜਾ ਹੈ ਮੇਰੀ ਕਮਾਈ ਦੇ ਵਿੱਚੋਂ ਵੀ ਤੁਸੀਂ ਜਿਹੜਾ ਹੈ ਆਪਣਾ ਆਨੰਦ ਕਾਰਜ ਕਰੋਗੇ। ਇਸ ਲਈ ਸਾਡੀ ਗੱਲ ਮੰਨਣੀ ਕਰੋ। हे सुत बैस जुबा तब भी, अब छोर फजूली को हो सियाना। ਪੁੱਤਰ ਜੀ, ਹੁਣ ਤੁਸੀਂ ਜਵਾਨ ਹੋ ਗਏ ਜੋ, ਤੇ ਆ ਫਜ਼ੂਲ ਖਰਚੀ ਜਿਹੜੀ ਹੈ ਛੱਡ ਕੇ ਸਿਆਣੇ ਬਣ ਜਾਓ। ਫਜ਼ੂਲ ਖਰਚੀ ਕਿਹਨੂੰ ਕਹਿ ਰਹੇ ਨੇ? ਲੋੜਵੰਦਾਂ ਨੂੰ ਦੇਣਾ, ਫਕੀਰਾਂ ਨੂੰ ਖਵਾਉਣਾ, ਨੰਗਿਆਂ ਨੂੰ ਵਸਤਰ ਦੇ ਦੇਣਾ, ਭੁੱਖਿਆਂ ਨੂੰ ਭੋਜਨ ਦੇ ਦੇਣਾ। ਇਹ ਬਾਬਾ ਮਹਿਤਾ ਕਾਲੂ ਜੀ ਦੀਆਂ ਨਜ਼ਰਾਂ ਦੇ ਵਿੱਚ ਕੀ ਹੈ? ਫਜ਼ੂਲ ਖਰਚੀ ਹੈ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਤੋਂ ਚੰਗਾ ਸੌਦਾ ਕੁਝ ਹੈ ਹੀ ਨਹੀਂ, ਵਪਾਰ ਕੋਈ ਹੈ ਹੀ ਨਹੀਂ। ਲਾਭ ਬੜਾ ਇਹਦੇ ਵਿੱਚ, ਬਹੁਤ ਲਾਭ ਹੈ। ਇਸ ਲਈ ਭਰੋਸਾ ਰੱਖ ਕੇ ਜਦੋਂ ਇਹੋ ਜਿਹਾ ਵਪਾਰ ਕਰੋਗੇ, ਗੁਰੂ ਸਾਹਿਬ ਜੀ ਕਹਿਣ ਲੱਗੇ ਬਰਕਤਾਂ ਤੁਹਾਡੇ ਕਦਮ ਚੁੰਮਣਗੀਆਂ। ਤਿਸ਼ਤੇ ਚੌਗੁਣ ਕਰੇ ਨੇ, ਇੱਕ ਗੁਣਾ ਦਿਓਗੇ 4 ਗੁਣਾ ਮਾਲਕ ਦੇਗਾ, ਭਰੋਸਾ ਹੋਵੇਗਾ ਤਾਂ। ਇਸ ਲਈ ਸਤਿਗੁਰੂ ਜੀ ਨੂੰ ਇੱਥੇ ਸਮਝਾ ਰਹੇ ਨੇ ਬਾਬਾ ਮਹਿਤਾ ਕਾਲੂ ਜੀ, ਸਿਆਣੇ ਬਣੋ। पाछल रीत ते वह विपरीत, करो तन संचन जो मत वाना। ਪਿਛਲੀ ਰੀਤ ਹੁਣ ਜਿਹੜਾ ਤੁਸੀਂ ਛੱਡ ਦਿਓ, ਹੁਣ ਤੁਸੀਂ ਸਿਆਣੇ ਬਣੋ। ਧਨ ਜਿਹੜਾ ਹੈ ਨਾ ਉਹ ਤੁਸੀਂ ਇਕੱਠਾ ਕਰਨਾ ਕਰੋ। जे मुझ देने को नाहे चाहो, मन पूंजी निराली रखो निज थाना। ਚਲੋ ਜੇਕਰ ਤੁਹਾਡਾ ਮਨ ਨਹੀਂ ਨਾ ਕਰਦਾ, ਦਿਲ ਨਹੀਂ ਕਰਦਾ ਮੈਨੂੰ ਦੇਣ ਦਾ, ਤੇ ਤੁਸੀਂ ਆਪਣੇ ਕੋਲ ਵੱਖਰਾ ਸੇਫ ਪੈਸਾ ਰੱਖੋ, ਧਨ ਇਕੱਠਾ ਕਰਕੇ ਰੱਖੋ, ਮੈਨੂੰ ਭਾਵੇਂ ਤੁਸੀਂ ਨਾ ਦਿਓ। है कर कारज नाना प्रकार के, क्यों निभ है तनहीन जे पाना। ਘਰ ਵਿੱਚ ਕਈ ਪ੍ਰਕਾਰ ਦੇ ਖਰਚੇ ਨੇ, ਜੇ ਧਨ ਤੋਂ ਖਾਲੀ ਹੱਥ ਹੋਵਾਂਗੇ ਤੇ ਫਿਰ ਜ਼ਿੰਦਗੀ ਕਿਵੇਂ ਨਿਭੇਗੀ? ਧਨ ਦੇ ਨਾਲ ਹੀ ਹੈ ਨਾ। ਇਸ ਲਈ ਜਿਹੜਾ ਹੈ ਤੁਹਾਨੂੰ ਇਕੱਠਾ ਕਰਨਾ ਕਰੋ। तोहरा तन संचन के अनेक गुण, वर्णन करे सुनाए। बहुविध बुद्ध समझावई, रोस ने मन ल्याए। ਹੁਣ ਜਿਹੜਾ ਹੈ ਧਨ ਕਮਾਉਣ ਦਾ, ਜਮ੍ਹਾਂ ਕਰਨ ਦਾ, ਜੋ ਵੀ ਜਿਤਨੇ ਵੀ ਗੁਣ ਸਨ ਨਾ, ਤਰੀਕੇ ਸਨ, ਬਾਬਾ ਮਹਿਤਾ ਕਾਲੂ ਜੀ ਨੇ ਦੱਸੇ ਗੁਰੂ ਨਾਨਕ ਸਾਹਿਬ ਜੀ ਨੂੰ। ਤੇ ਮਨ ਦੇ ਵਿੱਚ ਫਿਰ ਇੱਕ ਵਾਰ ਪਿਆਰ ਲਿਆਂਦਾ, ਸਨੇਹ ਲਿਆਂਦਾ, ਤੇ ਉਹਨਾਂ ਨੂੰ ਕਈ ਪ੍ਰਕਾਰ ਦੇ ਨਾਲ, ਵਿਧੀਆਂ ਦੇ ਨਾਲ ਸਮਝਾਉਣਾ ਕੀਤਾ। सोरठा बहुर दिलासा दीन कर, दुलार निज तन जसों। ਫਿਰ ਜਿਹੜਾ ਹੈ ਦਿਲਾਸਾ ਦੇ ਕੇ ਆਪਣੇ ਪੁੱਤਰ ਨੂੰ, ਭਾਵ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲਾਡ ਕੀਤਾ, ਪਿਆਰ ਕੀਤਾ। ताम पयाना कीन, जहाँ तो जय राम को। ਫਿਰ ਉੱਥੇ ਚਲੇ ਗਏ ਨੇ ਜਿੱਥੇ ਬੇਬੇ ਨਾਨਕੀ ਜੀ ਨੇ, ਭਾਵ ਆਪਣੇ ਕੁੜਮਾਂ ਦੇ ਘਰ ਚਲੇ ਗਏ ਹਨ। तोहरा श्री अर्जन अर्जन सुनत, अर्जन जस विस्तार। बानी अर्जुन पान जिन, बंधन पद सिर तार। ਹੁਣ 18ਵਾਂ ਅਧਿਆਇ ਜਿਹੜਾ ਹੈ ਤੇ ਇਸ ਦੀ ਆਰੰਭਤਾ ਹੈ, ਜਿੱਥੇ ਗੁਰੂ ਨਾਨਕ ਸਾਹਿਬ ਜੀ ਕਰਾਮਾਤ ਵਰਤਾਉਣਗੇ। ਲੇਖਾ ਜੋਖਾ ਹੋਏਗਾ, ਈਰਖਾਲੂ ਲੋਕ ਕੰਨ ਭਰਨਗੇ,
ਦੌਲਤ ਖਾਂ ਫਿਰ ਬੁਲਾਏਗਾ। ਇਹ ਵਰਣਨ ਹੈ ਇਸ ਅਧਿਆਏ ਦੇ ਵਿੱਚ। ਤੇ ਸਭ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਚੂੜਾਮਣੀ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ। ਸ਼੍ਰੀ ਅਰਜਨ ਸੁਨਤ ਅਰਜਨ ਜਸ ਵਿਸਥਾਰ। ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਦਾ ਜਸ ਸੰਸਾਰ ਦੇ ਵਿੱਚ ਫੈਲ ਰਿਹਾ ਹੈ, ਆਪਣੇ ਦਾਸਾਂ ਦੀਆਂ ਬੇਨਤੀਆਂ ਸੁਣਨ ਵਾਲੇ ਨੇ, ਤੇ ਜਿਨ੍ਹਾਂ ਨੇ ਵੀ ਅਸਲ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਉਚਾਰੀ ਹੈ, ਸਮਝੀ ਹੈ, ਪੜ੍ਹੀ ਹੈ, ਉਹਨਾਂ ਦਾ ਫਿਰ ਮਨ ਜਿਹੜਾ ਸ਼ਬਦ ਰੂਪ ਤੀਰਾਂ ਦੇ ਨਾਲ ਵਿੰਨਿਆ ਗਿਆ। ਤੇ ਇਹੋ ਜਿਹੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ, ਤਿਨਾਂ ਦੇ ਚਰਨਾਂ ਤੇ ਸਾਡੀ ਵੰਦਨਾ ਹੈ। ਮੈਂ ਮੱਥਾ ਟੇਕਦਾ ਹਾਂ। श्री बाला संदुर वाच दोहरा मिलियो जाय के नानकी मन कर अधिक स्नेह आसन बसन आनियो तो दयो बैस करके। ਆਪਣੀ ਧੀ ਨੂੰ ਮਿਲੇ ਨੇ ਜਾ ਕੇ ਬਾਬਾ ਮਹਿਤਾ ਕਾਲੂ ਜੀ, ਤੇ ਬੜਾ ਪਿਆਰ ਕੀਤਾ ਹੈ, ਲਾਡ ਕੀਤਾ ਹੈ। ਤੇ ਜੋ ਘਰੋਂ ਭੋਜਨ ਪਦਾਰਥ ਵਸਤਰ ਆਦਿਕ ਆਪਣੇ ਬੱਚੀ ਵਾਸਤੇ ਲਿਆਂਦੇ ਸਨ ਗੱਡੇ ਤੇ, ਕਵੀ ਜੀ ਕਹਿਣ ਲੱਗੇ ਫਿਰ ਬੇਬੇ ਨਾਨਕੀ ਜੀ ਦੇ ਗ੍ਰਹਿ ਵਿਖੇ ਉਹ ਸਾਰੇ ਜਿਹੜਾ ਹੈ ਰੱਖ ਦਿੱਤੇ ਹਨ। ਸੋਰਠਾ ਆਇਓ ਬਹੁਰ ਜਰਾਮ ਸਾਦਰ ਤੇ ਬੰਧਨ ਕਰੀ। ਥੋੜੇ ਸਮੇਂ ਬਾਅਦ ਭਾਈਆ ਜੈ ਰਾਮ ਜੀ ਵੀ ਆਏ ਨੇ ਤੇ ਸਹੁਰਾ ਸਾਹਿਬ ਜੀ ਦੇ ਅੱਗੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ। ਮਿਲ ਬੈਸੇ ਸਭ ਤਾਮ ਹਿਰਦਾ ਅਮੋਦੈ ਸੰਗ ਪਰ। ਸਾਰੇ ਹਿਰਦੇ ਵਿੱਚ ਜਿਹੜਾ ਹੈ ਮਾਨੋ ਕਿ ਸਾਰਿਆਂ ਦੇ ਹਿਰਦੇ ਵਿੱਚ ਖੁਸ਼ੀ ਹੈ, ਖੇੜਾ ਹੈ, ਰਲ ਮਿਲ ਕੇ ਸਾਰੇ ਹੁਣ ਬੈਠੇ ਹਨ। ਸ਼ਸ਼ੀ ਬਦਨਾ ਛੰਦ ਮਿਲ ਰਲ ਬੈਸਾ ਕੁਸ਼ਲ ਬੁਝੇ ਸਾ। ਅਸਲ ਦੇ ਵਿੱਚ ਸ਼ਸ਼ ਬਦਨਾ ਛੰਦ, ਇਹ ਵੀ ਇੱਕ ਪ੍ਰਕਾਰ ਦਾ ਛੰਦ ਹੈ। ਤੇ ਇਹਨੂੰ ਪੜ੍ਹਨ ਦਾ ਜਿਹੜਾ ਤਰੀਕਾ ਹੈ ਉਹ ਕਵੀ ਜੀ ਨੇ ਵੀ ਇੱਥੇ ਜਿਹੜਾ ਹੈ ਵਿਸ਼ਰਾਮਾਂ ਦੇ ਨਾਲ ਸਮਝਾਇਆ ਹੈ। ਮਿਲ ਰਲ ਬੈਸਾ ਕੁਸ਼ਲ ਬੁਝੇ ਸਾ ਬਚ ਤਬ ਕਾਲੂ ਕਰਤ ਉਤਾਲੂ। ਇਹ ਛੰਦ ਨੇ ਕਈ ਪ੍ਰਕਾਰ ਦੇ, ਅੱਗੇ ਵੀ ਆਉਣਗੇ। ਹਾਕਲ ਛੰਦ ਆਏਗਾ, ਹੋਰ ਬੜੇ ਛੰਦ ਆਉਣਗੇ। ਸੁਤ ਮਮ ਆਇਓ ਨਹਿ ਸਮਝਾਇਓ ਕਰਤ ਕੁਕਾਰਾ ਸਦਨ ਉਜਾਰਾ। ਇਹ ਇਹਦੀ ਲੈਅ ਹੈ ਤੇ ਦੋ ਦੋ ਪੰਕਤੀਆਂ ਕਰਕੇ ਇਹਨੂੰ ਜਿਹੜਾ ਸਮਝਣਾ ਹੈ। ਰਲ ਕੇ ਹੁਣ ਬੈਠੇ ਨੇ, ਮਿਲ ਰਲ ਬੈਸਾ ਕੁਸ਼ਲ ਬੁਝੇ ਸਾ। ਰਲ ਮਿਲ ਕੇ ਬੈਠੇ ਨੇ ਸਾਰੇ, ਇੱਕ ਦੂਜੇ ਤੋਂ ਘਰ ਪਰਿਵਾਰ ਦੀ ਸੁਖ ਸ਼ਾਨ ਜਿਹੜੀ ਪੁੱਛਣ ਲੱਗੇ ਹਨ। ਫਿਰ ਬੜੇ ਮਾਨੋ ਕਿ ਉਤਾਵਲੇ ਮਨ ਦੇ ਨਾਲ ਬਾਬਾ ਮਹਿਤਾ ਕਾਲੂ ਜੀ ਨੇ ਬੇਬੇ ਨਾਨਕੀ ਜੀ ਨੂੰ ਬਚਨ ਕਹੇ ਹਨ। ਅਸਲ ਦੇ ਵਿੱਚ ਤੁਹਾਡੇ ਕੋਲ ਮੇਰਾ ਪੁੱਤਰ ਆਇਆ ਹੈ ਤੇ ਤੁਸੀਂ ਹਾਲੇ ਤੱਕ ਉਹਨੂੰ ਕੋਈ ਜਿਹੜਾ ਸਮਝਾਇਆ ਨਹੀਂ, ਕੋਈ ਚੰਗੀ ਸਮਝ ਨਹੀਂ ਦਿੱਤੀ ਹਾਲੇ ਤੱਕ। ਬੜੇ ਭੈੜੇ ਕੰਮ ਕਰਦਾ ਹੈ, ਘਰ ਹੀ ਸਾਡਾ ਉਜਾੜ ਦਿੱਤਾ। ਹੁਣ ਸੋਚ ਹੈ ਉਹਨਾਂ ਦੀ, ਪਰ ਗੁਰੂ ਸਾਹਿਬ ਜੀ ਭਲਾ ਕਰਮ ਕਰ ਰਹੇ ਨੇ, ਚੰਗਾ ਕੰਮ ਕਰ ਰਹੇ ਨੇ। ਇਸ ਲਈ ਜਿਹੜਾ ਹੈ ਇਹ ਉੱਥੇ ਕਹਿ ਲਓ ਕਿ ਗੁਰੂ ਸਾਹਿਬ ਜੀ ਦੇ ਬਾਰੇ ਬੇਬੇ ਨਾਨਕੀ ਜੀ ਨੂੰ ਆਖਿਆ ਜਾ ਰਿਹਾ ਹੈ ਕਿ ਤੁਸੀਂ ਹਾਲੇ ਤੱਕ ਸਮਝਾਇਆ ਹੀ ਨਹੀਂ। ਤੁਹਾਡੇ ਕੋਲ ਭੇਜਿਆ ਸੀ ਕਿ ਤੁਹਾਡੇ ਕੋਲ ਰਹਿ ਕੇ ਕੁਝ ਜਿਹੜਾ ਸਮਝ ਜਾਏਗਾ, ਪਰ ਅਸਲ ਦੇ ਵਿੱਚ ਇਹ ਤੇ ਭੈੜੇ ਕੰਮ ਕਰ ਰਹੇ ਨੇ। ਹੁਣ ਭੈੜੇ ਕੰਮ, ਕਿਸੇ ਨੂੰ ਜਿਹੜਾ ਹੈ ਪ੍ਰਸ਼ਾਦਾ ਛਕਾ ਦੇਣਾ ਇਹ ਭੈੜਾ ਕੰਮ, ਭੋਜਨ ਦੇ ਦੇਣਾ, ਵਸਤਰ ਦੇ ਦੇਣੇ ਇਹ ਭੈੜਾ ਕੰਮ ਨਹੀਂ। ਇਹ ਉਹਨਾਂ ਦੀਆਂ ਨਜ਼ਰਾਂ ਵਿੱਚ ਹੁੰਦਾ ਹੈ ਜਿਹੜੇ ਅਸਲ ਦੇ ਵਿੱਚ ਮਾਇਆ ਦੇ ਲੋਭੀ ਹੁੰਦੇ ਨੇ, ਉਹਨਾਂ ਦੀਆਂ ਨਜ਼ਰਾਂ 'ਚ ਉਹ ਫਿਰ ਇਹੋ ਜਿਹੇ ਜਿਹੜਾ ਹੈ ਬਚਨ ਵਿਲਾਸ ਕਰਦੇ ਨੇ ਕਿ ਅਸਲ ਦੇ ਵਿੱਚ ਇਹ ਠੀਕ ਨਹੀਂ ਹੈ। ਅੱਜ ਵੀ ਇਹ ਚੀਜ਼ਾਂ ਹੁੰਦੀਆਂ ਨੇ। ਗੁਰੂ ਕਾ ਲੰਗਰ ਕਿਤੇ
ਜਿੱਥੇ ਲੋੜ ਹੈ ਉੱਥੇ ਗੁਰੂ ਕੇ ਸਿੰਘ ਲਗਾ ਦੇਣਾ। ਤੇ ਜਿਨ੍ਹਾਂ ਨੇ 4 ਪੈਸੇ ਦੇਣੇ ਨਹੀਂ ਹੈ, ਪਰ ਇਹ ਗੱਲ ਜ਼ਰੂਰ ਕਹਿ ਦੇਣੀ ਇੱਥੇ ਕੀ ਲੋੜ ਸੀ, ਐਵੇਂ ਗੁਰੂ ਕਾ ਲੰਗਰ ਲਾਈ ਜਾਂਦੇ। ਪਰ ਅਸਲ ਦੇ ਵਿੱਚ ਇੱਥੇ ਵੀ ਜਿਹੜਾ ਹੈ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਨੇ ਭੈੜੇ ਕੰਮ ਕਰਦੇ। ਘਰ ਸਾਡਾ ਉਜਾੜ ਰਿਹਾ ਹੈ, ਤੁਸੀਂ ਕੋਈ ਖਬਰਸਾਰ ਨਹੀਂ ਲਈ, ਕੋਈ ਇਹਨੂੰ ਸਮਝਾਇਆ ਨਹੀਂ, ਤੁਸੀਂ ਕੀ ਕਰ ਰਹੇ ਹੋ। ਉਹਨਾਂ ਅਸਲ ਦੇ ਵਿੱਚ ਉਸ ਦਾ ਖਿਆਲ ਹੀ ਜਿਹੜਾ ਹੈ ਵਿਸਾਰ ਦਿੱਤਾ ਤੁਸੀਂ, ਲੱਗਦਾ ਹੈ ਨਾ ਕੋਈ ਪਤਾ ਲਿਆ ਉਹਦੇ ਤੋਂ ਕਿ ਧਨ ਕਿੱਥੇ ਰੱਖ ਰਿਹਾ ਹੈ, ਕੀ ਕਮਾ ਰਿਹਾ ਹੈ, ਕੀ ਗਵਾ ਰਿਹਾ ਹੈ। ਤੁਸੀਂ ਹਾਲੇ ਤੱਕ ਉਹ ਤੋਂ ਕੁਝ ਪੁੱਛਿਆ ਹੀ ਨਹੀਂ ਹੈ, ਨਾ ਹੀ ਉਸ ਦੀ ਵਿਆਹ ਕਰਨ ਵਾਸਤੇ ਕੋਈ ਚਿੱਤ ਵਿੱਚ ਇੱਛਾ ਪ੍ਰਗਟ ਕੀਤੀ ਹੈ। ਉਹ ਧਨ ਨਾ ਖੋਵੇ ਤੇ ਠੀਕ ਰਸਤੇ ਤੇ ਆ ਜਾਵੇ, ਇਹ ਕੁਝ ਤੁਸੀਂ ਹਾਲੇ ਤੱਕ ਸੋਚਿਆ ਹੈ, ਵਿਚਾਰਿਆ ਹੈ। ਰਾਖੀ ਕਰਕੇ ਉਸ ਦਾ ਜਿਹੜਾ ਹੈ ਸਦਾ ਖਿਆਲ ਰੱਖੋ, ਤੁਸੀਂ, ਤੁਹਾਡੀ ਜ਼ਿੰਮੇਵਾਰੀ ਹੈ। ਬਹੁਤ ਧਨ ਆਉਂਦਾ ਹੈ ਪਰ ਤੁਸੀਂ ਕੋਈ ਖਿਆਲ ਨਹੀਂ ਕਰਦੇ। ਕਿੱਥੇ ਧਨ, ਅਸਲ ਦੇ ਵਿੱਚ ਕਿੰਨਾ ਧਨ ਆ ਰਿਹਾ ਹੈ, ਕਿੱਥੇ ਜਾ ਰਿਹਾ ਹੈ, ਤੁਸੀਂ ਕੋਈ ਖਬਰਸਾਰ ਨਹੀਂ ਅੱਜ ਤੱਕ ਲਈ। ਇਹ ਕਿਹਨੂੰ ਕਹਿ ਰਹੇ ਨੇ? ਬੇਬੇ ਨਾਨਕੀ ਜੀ, ਭਾਈ ਜੈ ਰਾਮ ਜੀ ਕਹਿਣ ਲੱਗੇ ਅੱਜ ਤੱਕ ਤੁਸੀਂ ਕੋਈ ਖਬਰਸਾਰ ਨਹੀਂ ਲਈ, ਕੋਈ ਹਿਸਾਬ ਕਿਤਾਬ ਪੁੱਛਿਆ? ਵੱਡੇ ਜੋ ਤੁਸੀਂ, ਪੁੱਛਣਾ ਚਾਹੀਦਾ ਸੀ ਕਿ ਕਿੰਨਾ ਕਮਾਇਆ ਹੈ, ਕਿੱਥੇ ਰੱਖਿਆ ਹੈ, ਕੀ ਕੁਝ ਹੈ। ਅੱਜ ਤੱਕ ਤੁਸੀਂ ਪੁੱਛਿਆ ਨਹੀਂ। ਬੇਬੇ ਨਾਨਕੀ ਫਿਰ ਬੋਲੀ ਹੈ, ਕਹਿਣ ਲੱਗੇ ਪਿਤਾ ਜੀ ਮੇਰੀ ਗੱਲ ਧਿਆਨ ਨਾਲ ਸੁਣੋ। ਮੇਰਾ ਭਰਾ ਜਿਹੜਾ ਹੈ ਨਾ ਉਹ ਕੰਮ ਤੇ ਲੱਗਾ ਹੈ, ਤੇ ਉਹ ਕੰਮ ਜਿਹੜਾ ਹੈ ਮੇਰੀਆਂ ਨਜ਼ਰਾਂ ਵਿੱਚ ਭਲਾ ਹੈ, ਚੰਗਾ ਹੈ, ਮੈਂ ਉਹਨੂੰ ਮਾੜਾ ਨਹੀਂ ਕਵਾਂਗੀ। ਇਸ ਲਈ ਜਿਹੜਾ ਹੈ ਜੋ ਮੇਰਾ ਭਰਾ ਕੰਮ ਕਰ ਰਿਹਾ ਹੈ ਉਹ ਠੀਕ ਕਰ ਰਿਹਾ ਹੈ। ਇਸ ਤਰ੍ਹਾਂ ਉਸ ਦੀ ਜਿਹੜਾ ਹੈ ਕਿਸੇ ਥਾਂ ਤੇ ਸਗਾਈ ਹੋ ਜਾਏਗੀ, ਤੁਹਾਡਾ ਚਿੱਤ ਬੜਾ ਉਦਾਸ ਲੱਗਦਾ ਹੈ। ਬੇਬੇ ਨਾਨਕੀ ਜੀ ਕਹਿੰਦੇ ਪਿਤਾ ਜੀ ਇੱਥੇ ਆ ਕੇ ਉਹਨਾਂ ਨੇ ਤੁਹਾਡਾ ਕੁਝ ਨਹੀਂ ਵਿਗਾੜਿਆ, ਕੁਝ ਨਹੀਂ ਗਵਾਇਆ। ਜੋ ਉਹ ਆਪਣੀ ਕਿਰਤ ਕਮਾਈ ਕਰਦੇ ਨੇ ਉਹਨੂੰ ਭਾਵੇਂ ਵਿਗਾੜਨ ਤੇ ਭਾਵੇਂ ਰੱਖਣ, ਤੁਹਾਡੇ ਕੋਲ ਘਾਟਾ ਹੈ ਕੋਈ? ਕਿਸੇ ਕਿਸਮ ਦੀ ਕੋਈ ਕਮੀ ਹੈ ਤੁਹਾਡੇ ਕੋਲ? ਜੇ ਤੁਹਾਨੂੰ ਇਹ ਸੀ ਕਿ ਮੇਰਾ ਪੁੱਤਰ ਕੰਮ ਕਰਨ ਲੱਗ ਪਵੇ, ਧਨ ਦੀ ਤਾਂ ਕੋਈ ਗੱਲਬਾਤ ਹੀ ਨਹੀਂ ਸੀ, ਪਰ ਤੁਸੀਂ ਅਸਲ ਦੇ ਵਿੱਚ ਇਹ ਚੀਜ਼ ਆਪਣੇ ਮਨ ਦੇ ਵਿੱਚ ਰੱਖੀ ਹੈ ਜੋ ਕਿ ਧਨ ਆਦਿਕ ਬਹੁਤਾ ਕਮਾ ਲਿਆ ਹੋਏਗਾ। ਪਰ ਮੈਂ ਇਹ ਕਹਿੰਦੀ ਹਾਂ ਕਿ ਜੋ ਉਹ ਕਮਾਈ ਕਰਦਾ ਹੈ ਉਹਨੂੰ ਸਵਾਰੇ ਤੇ ਭਾਵੇਂ ਵਿਗਾੜੇ, ਉਹ ਉਹਦੀ ਹੈ। ਫਿਰ ਭਾਈਆ ਜੈ ਰਾਮ ਜੀ ਸੁਣ ਰਹੇ ਸਨ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਅਸੀਂ ਜਿਹੜਾ ਹੈ ਇੱਕ ਬੱਚੀ ਵੇਖੀ ਹੈ, ਉਹਨਾਂ ਦੀ ਸਗਾਈ ਕਰਨ ਵਾਸਤੇ ਇੱਕ ਪਰਿਵਾਰ ਅਸੀਂ ਵੇਖਿਆ ਹੈ। ਬਾਬਾ ਮਹਿਤਾ ਕਾਲੂ ਜੀ ਜਦੋਂ ਇਹ ਗੱਲ ਸੁਣੀ ਹੈ ਕਿ ਮੇਰੇ ਬੱਚੇ ਵਾਸਤੇ ਕੋਈ ਘਰ ਵੇਖਿਆ ਹੈ, ਤੇ ਮਨ ਦੇ ਵਿੱਚ ਬੜੇ ਖੁਸ਼ ਹੋਏ ਨੇ, ਤੇ ਕਹਿਣ ਲੱਗੇ ਕਿ ਇਦਾਂ ਕਰਿਓ ਕੋਈ ਚੰਗਾ ਰੱਜਿਆ ਪੁੱਜਿਆ ਘਰ ਵੇਖਣਾ ਹੈ। ਹੁਣ ਫਿਰ ਉਹੀ ਗੱਲ ਆ ਗਈ, ਰੱਜਿਆ ਪੁੱਜਿਆ ਘਰ। ਰੱਜਿਆ ਪੁੱਜਿਆ ਦਾ ਭਾਵ ਹੁੰਦਾ ਹੈ ਕਿ ਸਾਡੀ ਬਰਾਬਰੀ ਦੇ ਹੋਣ, ਪੈਸੇ ਧੇਲੇ ਦੇ ਮਾਮਲੇ 'ਚ। ਰੱਜਿਆ ਪੁੱਜਿਆ ਘਰ ਜਿਹੜਾ ਵੇਖੋ, ਤੇ ਫਿਰ ਜਿਹੜਾ ਅਸਲ ਦੇ ਵਿੱਚ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਸਗਾਈ
ਉਹਨਾਂ ਦਾ ਆਨੰਦ ਕਾਰਜ ਜਿਹੜਾ ਹੈ ਕਰ ਦਿਆਂਗੇ। ਅਬਿਤ ਪਾਖਤ ਜੈ ਰਾਮ ਚੋਣਾ ਗੋਤ ਮੂਲ ਨਾਮ ਤੇ ਤਨੂ ਜਾਹੇ ਤਾਮ ਸੋ ਰੰਧਾਵੇ ਪਟਵਾਰੀਆ। ਆਪਣੇ ਸਹੁਰੇ ਸਾਹਿਬ ਨੂੰ ਕਹਿਣ ਲੱਗੇ, ਭਾਈਆ ਜੈ ਰਾਮ ਜੀ ਕਹਿਣ ਲੱਗੇ, ਚੋਣਾ ਗੋਤ ਦੇ ਮੂਲ ਚੰਦ ਖੱਤਰੀ ਦੀ ਇੱਕ ਲੜਕੀ ਹੈ, ਮੂਲ ਚੰਦ ਤਿਸ ਦੀ ਬੱਚੀ ਹੈ, ਤੇ ਮੂਲ ਚੰਦ ਜਿਹੜਾ ਹੈ ਰਧਾਵਿਆਂ ਦਾ ਪਟਵਾਰੀ ਹੈ। ਪਲੋ ਹੈ ਠਿਕਾਨੋ ਚਾਹੇ ਕੀਨ ਮੈਂ ਕੋ ਜਾਨੋ ਜਾਨੋ ਹੋਏ ਸਨ ਬੰਦ ਸੁਖ ਸਾਨੋ ਸੋ ਨਿਹਾਰਿਆ। ਬੜਾ ਚੰਗਾ ਘਰ ਹੈ, ਮੈਂ ਖੋਜ ਪੜਤਾਲ ਕੀਤੀ ਹੈ, ਭਾਲ ਕੀਤੀ ਹੈ। ਇਹ ਅਸਲ ਦੇ ਵਿੱਚ ਆਪਾਂ ਕਹਿ ਲਓ ਕਿ ਮੈਂ ਇਹ ਸਮਝਦਾ ਕਿ ਉੱਥੇ ਜਿਹੜਾ ਹੈ ਸਾਡੇ ਸੰਬੰਧ ਜਿਹੜੇ ਨੇ ਨਾ ਬਣ ਜਾਣਗੇ, ਪੱਕੇ ਹੋ ਜਾਣਗੇ। ਮੈਂ ਸਭ ਕੁਝ ਵੇਖਿਆ ਹੈ। ਮੋਰ ਤੋਰ ਏਕ ਲਾਜ ਜਾਨ ਜੈਸੇ ਕਰੋ ਕਾਜ ਆਪ ਤੂ ਸਿਆਨੋ ਬੈਨ ਕਾਲੂ ਯੋ ਉਚਾਰਿਆ। ਇਸ ਪ੍ਰਕਾਰ ਇਹ ਸੁਣ ਕੇ ਬਾਬਾ ਕਾਲੂ ਜੀ ਕਹਿਣ ਲੱਗੇ, ਮੇਰੀ ਤੇਰੀ ਇੱਕੋ ਹੀ ਗੱਲ ਹੈ। ਆਪਣੇ ਜਵਾਈ ਨੂੰ ਕਹਿਣ ਲੱਗੇ, ਸਾਡੀ ਤੁਹਾਡੀ ਇੱਕੋ ਹੀ ਗੱਲ ਹੈ, ਤੁਸੀਂ ਵੇਖ ਲਿਆ ਅਸੀਂ ਵੇਖ ਲਿਆ, ਠੀਕ ਹੈ, ਬਸ ਤੁਸੀਂ ਜਿਹੜਾ ਹੈ ਇਹ ਕਾਰਜ ਹੁਣ ਤੁਸੀਂ ਛੇਤੀ ਤੋਂ ਛੇਤੀ ਕਰ ਦੇਣਾ ਕਰੋ। ਜੈਸੇ ਸੁਖ ਤਨਿਆ ਕੋ ਸੀਤਲ ਸੁਨੈਨ ਮੇਰੇ ਤੈਸੇ ਬਿਖੋ ਨਾਨਕ ਕੋ ਲਾਲਸਾ ਹਮਾਰੀਆ। ਜਿਸ ਤਰ੍ਹਾਂ ਮੈਂ ਆਪਣੀ ਪੁੱਤਰੀ ਨੂੰ ਸੁਖੀ ਵੇਖ ਕੇ ਖੁਸ਼ ਹੋਇਆ ਹਾਂ ਨਾ, ਇਸ ਤਰ੍ਹਾਂ ਹੀ ਮੈਨੂੰ ਆਪਣੇ ਪੁੱਤਰ ਨਾਨਕ ਨੂੰ ਵੀ ਵੇਖਣ ਦੀ ਜਿਹੜਾ ਲਾਲਸਾ ਹੈ, ਮੇਰੇ ਅੰਦਰ ਇੱਛਾ ਹੈ। ਤੋਹਰਾ ਤੁਮ ਕਾਲੂ ਮਮ ਪਿਤਾ ਸਮ ਰਹੋ ਇਹਾਂ ਕਰਤਾਮ ਨਾਨਕ ਜਨਨੀ ਆਨ ਹੋ ਪਾਕੇ ਬੈਨ ਜਰਾਮ। ਫਿਰ ਭਾਈਆ ਜੈ ਰਾਮ ਜੀ ਕਹਿਣ ਲੱਗੇ, ਤੁਸੀਂ ਮੇਰੇ ਪਿਤਾ ਸਮਾਨ ਹੋ ਤੇ ਅਰਜ਼ੋਈ ਹੈ ਕਿ ਤੁਸੀਂ ਇੱਥੇ ਹੀ ਘਰ, ਇਸ ਘਰ ਦੇ ਵਿੱਚ ਹੀ ਰਹੋ ਸਾਡੇ ਨਾਲ। ਤੇ ਨਾਨਕ ਜੀ ਜਾ ਕੇ ਮਾਤਾ ਜੀ ਨੂੰ ਲੈ ਆਉਣਗੇ ਤੇ ਆਪਾਂ ਰਲ ਮਿਲ ਕੇ ਇੱਥੇ ਸਾਰੇ ਰਹਿੰਦੇ ਹਾਂ। ਤੁਸੀਂ ਉੱਥੇ ਤਲਵੰਡੀ ਰਹਿ ਰਹੇ ਜੋ, ਅਸੀਂ ਇੱਥੇ ਰਹਿ ਰਹੇ ਹਾਂ। ਇਹ ਤੋਂ ਚੰਗਾ ਹੈ ਤੁਸੀਂ ਸਾਡੇ ਕੋਲ ਹੀ ਆ ਜਾਓ, ਆਪਾਂ ਇੱਥੇ ਰਹਿੰਦੇ ਹਾਂ। ਅਬਿਤ ਕਾਲੂ ਪਨੇ ਬੈਨ ਬਹੁ ਕਾਲ ਕੋ ਹੈ ਐਨ ਮੇਰੋ ਕੋ ਦੁਖ ਹੈ ਨ ਸੁਖ ਚੈਨ ਸੋ ਬਸਤ ਹੋ। ਇਹ ਗੱਲ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਕਹਿਣ ਲੱਗੇ, ਬੜੇ ਲੰਮੇ ਸਮੇਂ ਤੋਂ ਮੈਂ ਤਲਵੰਡੀ ਨਗਰ ਦੇ ਵਿੱਚ ਰਹਿ ਰਿਹਾ, ਮੈਨੂੰ ਉੱਥੇ ਕੋਈ ਦੁੱਖ ਨਹੀਂ ਤੇ ਸੁੱਖ ਚੈਨ ਦੇ ਨਾਲ ਮੈਂ ਉੱਥੇ ਰਹਿੰਦਾ ਹਾਂ। ਕਾਰ ਪਟਵਾਰੀ ਤਹਾਂ ਦੀਨੀ ਰਾਏ ਸਾਰੀ ਮਮ ਲੋਕ ਅਨੁਸਾਰੀ ਉਨ ਕੈਸੇ ਨਾ ਤਜਤ ਹੋ। ਰਾਏ ਬੁਲਾਰ ਜੀ ਨੇ ਮੈਨੂੰ ਪਟਵਾਰੀ ਦਾ ਕੰਮ ਦਿੱਤਾ ਹੋਇਆ ਹੈ ਤੇ ਉੱਥੇ ਮੈਂ ਇਹ ਸਾਰਾ ਕਾਰਜ ਸੰਭਾਲਿਆ ਹੋਇਆ ਹੈ। ਤੇ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ, ਸੰਬੰਧੀਆਂ ਨੂੰ, ਗਵਾਂਢੀਆਂ ਨੂੰ, ਜੋ ਮੇਰੇ ਮਾਨੋ ਕਿ ਨਿਕਟ ਵਰਤੀ ਨੇ, ਸਾਰਿਆਂ ਨੂੰ ਛੱਡ ਕੇ ਮੈਂ ਇੱਥੇ ਕਿਵੇਂ ਆ ਸਕਦਾ ਹਾਂ। ਹੋਏ ਜੀ ਸਗਾਈ ਲੈ ਸਪਦ ਬੁਲਾਈ ਮੋਏ ਕੀ ਜਨਾ ਬਿਲੰਬ ਤੋਏ ਔਰ ਹੋ ਕਹਿਤ ਹੋ। ਇਸ ਲਈ ਜਿਹੜਾ ਹੈ ਮੈਂ ਇਹ ਜ਼ਰੂਰ ਕਰਾਂਗਾ, ਤੁਸੀਂ ਜਦੋਂ ਸਗਾਈ ਕਰੋਗੇ ਨਾ, ਤੁਸੀਂ ਜਦੋਂ ਅਸਲ ਦੇ ਵਿੱਚ ਰੋਕਾ ਕਰੋਗੇ ਤੇ ਉਦੋਂ ਤੁਸੀਂ ਮੈਨੂੰ ਬੁਲਾ ਲੈਣਾ ਤੇ ਮੈਂ ਫੌਰਨ ਆ ਜਾਵਾਂਗਾ। ਤੇ ਇਸ ਵਿੱਚ ਜਿਹੜਾ ਹੈ ਦੇਰੀ ਨਾ ਕਰਨਾ, ਤੇ ਜੋ ਕੁਝ ਵੀ ਹੈ ਉਹ ਛੇਤੀ ਤੋਂ ਛੇਤੀ ਕਰਨਾ ਕਰੋ। ਰਾਖੋ ਰਖਵਾਰੀ ਸੁਤ ਕਰੇ ਨਾ ਖੁਆਰੀ ਤਨ ਦੀ ਜਮਤ ਆਪ ਤਾਂ ਕੀ ਚਿੰਤਾ ਮੈਂ ਰਹਿਤ ਹੂੰ। ਇਸ ਲਈ ਜਿਹੜਾ ਹੈ ਨਾਨਕ ਜੀ ਦਾ ਪੂਰਾ ਤੁਸੀਂ ਖਿਆਲ ਰੱਖੋ, ਤਾਂ ਕਿ ਜਿਹੜਾ ਹੈ ਪੁੱਤਰ ਧਨ ਦਾ ਵਿਨਾਸ਼ ਨਾ ਕਰੇ, ਜੋੜੇ ਧਨ। ਤੇ ਤੁਸੀਂ ਵੀ ਸਮਝਾਓ, ਮੈਨੂੰ ਤੇ ਹਰ ਵੇਲੇ ਨਾਨਕ ਦੀ ਚਿੰਤਾ ਲੱਗੀ ਰਹਿੰਦੀ ਹੈ। ਨਾਨਕੀ ਪਨਤ ਸੁਨ ਬੈਨ ਮੇ ਜਨਕ ਤੁਮ ਪਾਖਤ ਸਦੀਵ ਤਨ ਕੋਤ ਨਿਤ ਮੋਰੀਆ। ਫਿਰ ਬੇਬੇ ਨਾਨਕੀ ਜੀ ਨੇ ਆਪਣੇ ਪਿਤਾ ਜੀ ਨੂੰ ਇਹ ਗੱਲ ਕਹੀ, ਪਿਤਾ ਜੀ ਸੁਣੋ, ਤੁਸੀਂ ਸਦਾ ਹੀ ਇਹ ਕਹਿੰਦੇ ਆ ਰਹੇ ਹੋ ਕਿ ਮੇਰਾ ਪੁੱਤਰ ਮੇਰਾ ਧਨ ਉਜਾੜ ਰਿਹਾ ਹੈ, ਪਰ ਅਸਲ ਦੇ ਵਿੱਚ ਉਹ ਤੇ ਆਪਣੀ ਕਿਰਤ ਕਰ ਰਿਹਾ ਹੈ।
ਇਹਦੇ ਵਿੱਚ ਤੁਹਾਡਾ ਧਨ ਕਿੱਥੇ ਵਿਗਾੜ ਰਿਹਾ ਹੈ, ਕਿੱਥੇ ਵਿਨਾਸ਼ ਕਰ ਰਿਹਾ ਹੈ। ਤੁਸੀਂ ਹਮੇਸ਼ਾ ਹੀ ਮੇਰੇ ਭਰਾ ਨੂੰ ਇਹ ਬਾਤਾਂ ਕਹਿੰਦੇ ਹੋ। ਆਪਨੀ ਕਰਤ ਕ੍ਰਿਤ ਖੋਏ ਕਿਦੋ ਰਾਖੇ ਬਿਤ ਰਹੀਏ ਨਿਚਿੰਤ ਚਿਤ ਲੇਤ ਨਹਿ ਤੋਰਿਆ। ਇਸ ਲਈ ਉਹ ਆਪਣੀ ਕਿਰਤ ਕਰ ਰਹੇ ਨੇ, ਉਹਨੂੰ ਰੱਖਣ ਵਿਗਾੜਨ ਕੁਝ ਵੀ ਕਰਨ, ਇਹਦੇ ਵਿੱਚ ਤੁਹਾਡਾ ਕੀ? ਤੁਹਾਨੂੰ ਚਿੰਤਾ ਕਰਨ ਦੀ ਕੀ ਲੋੜ ਹੈ? ਹਾਂ, ਕੁਝ ਘਰੇ ਘਾਟ ਹੋਵੇ ਕਿਸੇ ਕਿਸਮ ਦੀ ਤੇ ਉਹ ਤੇ ਫਿਰ ਬਣਦਾ ਹੈ, ਪਰ ਇੰਨਾ ਕੁਝ ਦਿੱਤਾ ਹੈ ਪਰਮਾਤਮਾ ਨੇ, ਫਿਰ ਵੀ ਤੁਸੀਂ ਜਿਹੜਾ ਹੈ ਜੋ ਮੇਰਾ ਭਰਾ ਕਰ ਰਿਹਾ ਉਹਨੂੰ ਤੁਸੀਂ ਗਲਤ ਠਹਿਰਾ ਰਹੇ ਹੋ। ਭੂਖੇ ਕੋ ਅਸੰਨ ਪੁੰਨ ਬਸਨ ਨਗਨ ਦਾਨੀ ਪੁੰਨਵਾਨ ਰੂਪ ਕਰੇ ਜਾਰੀ ਨਹਿ ਚੋਰੀਆ। ਬੇਬੇ ਨਾਨਕੀ ਜੀ ਹੁਣ ਪੂਰੀ ਸਾਈਡ ਲੈ ਰਹੇ ਨੇ ਗੁਰੂ ਸਾਹਿਬ ਜੀ, ਪਹਿਲੇ ਸਿੱਖ ਨੇ ਨਾ ਜਾਣਿਆ ਹੈ ਉਹਨਾਂ ਨੇ। ਪਿਤਾ ਜੀ, ਕਿਸੇ ਜਿਹੜਾ ਹੈ ਭੁੱਖੇ ਨੂੰ ਭੋਜਨ ਛਕਾ ਦੇਣਾ, ਨੰਗਿਆਂ ਨੂੰ ਬਸਤਰ ਦੇ ਦੇਣੇ, ਇਹ ਪੁੰਨਵਾਨ ਦਾ ਰੂਪ ਹੈ। ਤੇ ਕੋਈ ਮੇਰਾ ਭਰਾ ਜਿਹੜਾ ਅਸਲ ਦੇ ਵਿੱਚ ਚੋਰੀ ਨਹੀਂ ਕਰ ਰਿਹਾ, ਕੋਈ ਉਹ ਵਿਕਾਰਾਂ ਦੇ ਵਿੱਚ ਨਹੀਂ ਧਨ ਨੂੰ ਗਵਾ ਰਿਹਾ, ਉਹ ਕਿਸੇ ਚੰਗੇ ਪਾਸੇ ਹੀ ਲਾ ਰਿਹਾ ਹੈ। ਕਰੇ ਜੇ ਕੁਕਰਮ ਨਿਵਾਰਨ ਧਰਮ ਤਾਕੋ ਲਗੇ ਜੇ ਸੁਕਰਮ ਅਧਰਮ ਤਾਹੇ ਹੋਰੀਆ। ਜਿਹੜਾ ਪ੍ਰਾਣੀ ਭੈੜੇ ਕੁਕਰਮ ਕਰਦਾ ਹੈ, ਮਾੜੇ ਕੰਮ ਕਰਦਾ ਹੈ, ਉਹਨੂੰ ਰੋਕਣਾ ਤੇ ਫਿਰ ਧਰਮ ਹੈ, ਤੇ ਜਿਹੜਾ ਕਾਰੀ ਚੰਗੇ ਕੰਮ ਰਿਹਾ ਹੈ ਉਹਨੂੰ ਰੋਕਣਾ ਫਿਰ ਬੇਬੇ ਨਾਨਕੀ ਜੀ ਕਹਿੰਦੇ ਅਧਰਮ ਹੁੰਦਾ ਹੈ। ਤੇ ਮੇਰਾ ਭਰਾ ਕੋਈ ਜਿਹੜਾ ਹੈ ਅਸਲ ਦੇ ਵਿੱਚ ਵਿਕਾਰ ਨਹੀਂ ਕਮਾ ਰਿਹਾ, ਕੋਈ ਜਿਹੜਾ ਹੈ ਭੈੜੇ ਕੁਕਰਮ ਨਹੀਂ ਕਰਦਾ, ਚੰਗੇ ਕੰਮ ਕਰ ਰਿਹਾ ਹੈ, ਤੇ ਚੰਗੇ ਕੰਮ ਕਰਦਿਆਂ ਨੂੰ ਅਸੀਂ ਹਟਾਵਾਂਗੇ ਤੇ ਉਹ ਅਧਰਮ ਹੋਏਗਾ, ਧਰਮ ਵਾਲੀ ਗੱਲ ਨਹੀਂ ਹੋਏਗੀ। ਇਸ ਕਰਕੇ ਪਿਤਾ ਜੀ ਸਾਡੀ ਗੱਲ ਨੂੰ ਸਮਝੋ। ਤੋਦਕ ਛੰਦ ਜਾਨੋ ਤਤ ਇਹ ਹੈ ਗਤ ਪ੍ਰਾਤੇ ਦੇਤ ਫਕੀਰ ਖਵਾਏ ਜਹਾਂ ਤੇ। ਵੇਖੋ ਪਿਤਾ ਜੀ, ਇਹ ਗੱਲ ਨੂੰ ਤੁਸੀਂ ਸਮਝੋ, ਉਹ ਫਕੀਰਾਂ ਨੂੰ ਦਾਨ ਦਿੰਦਾ ਹੈ, ਉਹਨਾਂ ਨੂੰ ਭੋਜਨ ਛਕਾਉਂਦਾ ਹੈ, ਇਸ ਲਈ ਜਿਹੜਾ ਹੈ ਉਹਦੇ ਅੰਦਰ ਕੋਈ ਵੀ ਕਿਸੇ ਕਿਸਮ ਦਾ ਲੋਭ ਲਾਲਚ ਨਹੀਂ ਹੈ। ਲੋਭ ਨਹੀਂ ਤੇ ਕੇ ਉਰ ਅੰਤਰ ਦਾਨ ਵਿਖੇ ਮਤ ਜਾਨ ਨਿਰੰਤਰ। ਕੋਈ ਲਾਲਚ ਨਹੀਂ ਮੇਰੇ ਭਰਾ ਦੇ ਵਿੱਚ, ਤੇ ਸਦਾ ਹੀ ਉਹ ਦਾਨ ਦੇਣ ਵਾਲਾ ਹੈ, ਗਰੀਬਾਂ ਦਾ ਭਲਾ ਕਰਨ ਵਾਲਾ ਹੈ, ਇਹ ਉਹਦੇ ਅੰਦਰ ਰੁਚੀ ਹੈ, ਉਹਦੇ ਅੰਦਰ ਉਤਸ਼ਾਹ ਹੈ, ਕਿਸੇ ਕਿਸੇ ਵਿੱਚ ਹੀ ਹੁੰਦਾ ਹੈ। ਨਹੀਂ ਤੇ ਆਮ ਕਰਕੇ ਮਨੁੱਖ ਇਹੋ ਸੋਚਦਾ ਰਹਿੰਦਾ ਹੈ, 4 ਪੈਸੇ ਇਹਨੂੰ ਦਿੱਤੇ ਨੇ ਤੇ 4 ਜਾਣਿਆਂ ਨੂੰ ਜਾ ਕੇ ਦੱਸੇ ਤੇ ਫਿਰ ਮੇਰੇ ਅੰਦਰ ਕਿਤੇ ਤਸੱਲੀ ਹੋਏਗੀ। ਕਿਉਂ ਭਾਈ? ਇੱਕ ਤੇ ਭਲਾ ਕਰ ਰਹੇ ਹੈ, ਦੂਸਰਾ ਮਨ ਦੇ ਵਿੱਚ ਇਹ ਵੀ ਸੋਚ ਰਹੇ ਹੈ ਕਿ ਇਹ ਮੇਰੀ ਵਡਿਆਈ ਕਰੇ, ਤੇ ਫਿਰ ਉਹ ਭਲਾ ਥੋੜੀ ਹੋਇਆ। ਇਹੋ ਜਿਹੇ ਮਨੁੱਖਾਂ ਨੂੰ ਮਾਲਕ ਨੇ ਸਿਰੇ ਦਾ ਮੂਰਖ ਆਖਿਆ, ਮਹਾ ਮੂਰਖ, ਜਿਹੜਾ ਇਹ ਸੋਚਦਾ ਹੈ ਕਿ ਹਾਂ ਮੈਂ ਕੁਝ ਭਲਾ ਕੀਤਾ ਹੈ ਤੇ ਸੰਸਾਰ ਇਸ ਗੱਲ ਨੂੰ ਜਾਣੇ। ਸੁਖਮਨੀ ਸਾਹਿਬ ਦਾ ਵਚਨ, ਆਪਸ ਕੋ ਜੋ ਭਲਾ ਕਹਾਵੇ ਜਿਸੇ ਭਲਾਈ ਨਿਕਟ ਨਾ ਆਵੇ। ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਚੰਗਾ ਹੈ, ਮੈਂ ਦਾਨ ਕਰਦਾ ਹੈ, ਮੈਂ ਆਹ ਚੀਜ਼ ਕੀਤੀ ਹੈ, ਸਤਿਗੁਰੂ ਜੀ ਕਹਿਣ ਲੱਗੇ ਉਹਦੇ ਨੇੜੇ ਤੇੜੇ ਵੀ ਨਹੀਂ ਭਲਾਈ ਹੁੰਦੀ, ਉਹਦੇ ਅੰਦਰ ਵਲ ਛਲ ਹੁੰਦਾ ਹੈ। ਇਸ ਲਈ ਜਿਹੜਾ ਹੈ ਜੋ ਭਲਾ ਕਰਮ ਕਰਨਾ ਹੈ, ਪਹਿਲੀ ਗੱਲ ਇਹ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ। ਇਹ ਸਮਝੋ ਕਿ ਮੇਰਾ ਗੁਰੂ ਜਾਣਦਾ ਹੈ ਤੇ ਮੇਰਾ ਪਰਮਾਤਮਾ ਜਾਣਦਾ ਹੈ, ਮੈਂ ਸੰਸਾਰ ਨੂੰ ਕਹਿ ਕੇ ਤੇ ਕੀ ਲੈਣਾ ਹੈ, ਕਦੀ ਵੀ ਨਹੀਂ। ਤੇ ਕੰਮ ਪੁੱਠੇ ਹੁੰਦਾ ਹੈ। ਭਲਾ ਕੰਮ ਮਨੁੱਖ ਜਿਤਾਉਂਦਾ ਹੈ, ਬੁਰੇ ਕੰਮ ਨੂੰ ਛੁਪਾਉਂਦਾ ਹੈ। ਚੰਗਾ ਕੰਮ ਕਰਨਾ ਹੋਵੇ ਤੇ ਇਹ ਜਿਹੜਾ ਢਿੰਡੋਰਾ ਪਿੱਟਦਾ ਹੈ, ਤੇ ਜੇ ਕੋਈ ਮਾੜਾ ਕੰਮ ਕਰਨਾ ਹੋਵੇ ਤੇ ਉਹਨੂੰ ਛੁਪਾ ਕੇ ਕਰਦਾ ਹੈ, ਕੋਈ ਵੇਖ ਨਾ ਲਵੇ, ਕਿਸੇ ਨੂੰ ਪਤਾ ਨਾ ਲੱਗ ਜਾਵੇ। ਸਤਿਗੁਰੂ ਜੀ ਕਹਿੰਦੇ ਤੇਰੀ ਰੀਤ ਹੀ ਪੁੱਠੀ ਹੈ, ਪੁੱਠੀ ਮੱਤ ਹੈ ਤੇਰੀ। ਇਸ ਕਰਕੇ ਧਰਮ ਦਾ ਕਰਮ ਜਦੋਂ ਵੀ ਅਸੀਂ ਕਰੀਏ ਨਾ, ਸੋਚ ਵਿਚਾਰ ਨਾ ਕਰੀਏ, ਕੀਤਾ ਜਾਵੇ ਕਿ ਨਾ ਕੀਤਾ ਜਾਵੇ, ਸਮਰੱਥਾ ਮੁਤਾਬਕ ਤੁਸੀਂ ਕਰ ਦਿਓ।
ਤੁਹਾਡੀ ਜੇਬ 'ਚ 100 ਰੁਪਈਆ ਹੈ ਤੇ ਮੈਂ ਧਰਮ ਦਾ ਕੰਮ ਕਰਨਾ ਹੈ, ਤੇ ਮੈਂ ਕਹਾਂਗਾ 100 ਚੋਂ 90 ਮੈਂ ਰੱਖਾਂਗਾ, 10 ਦਾ ਮੈਂ ਆਪਣਾ ਧਰਮ ਦਾ ਕਰਮ ਕਰ ਦੇਵਾਂਗਾ, ਦਸਵੰਧ ਕੱਢ ਦਿੱਤਾ ਮੈਂ ਵੀ। ਜਦੋਂ ਸੋਚੋਗੇ ਕੀ ਹੋਏਗਾ, ਕਿੱਦਾਂ ਹੋਏਗਾ, ਇਹ ਬੜਾ ਕੁਝ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਹਿ ਬਿਲੰਬ ਧਰਮੰ, ਧਰਮ ਦਾ ਕਰਮ ਕਰਨ ਵਾਸਤੇ ਦੇਰੀ ਨਾ ਕਰੀ, ਬਿਲੰਬ ਪਾਪੰ, ਜਿੱਦਣ ਤੂੰ ਪਾਪ ਅਪਰਾਧ ਕਰਨ ਲੱਗੇ ਉਦਣ ਸੋਚੀ ਵਿਚਾਰੀ ਕਿ ਇਹਦਾ ਰਿਜ਼ਲਟ ਕੀ ਨਿਕਲੇਗਾ। ਸ਼ਲੋਕ ਸੰਸਕ੍ਰਿਤ ਦੇ ਵਚਨ। ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਤਜੰਤ ਲੋਭੰ ਦ੍ਰਿੜੰਤ ਨਾਮੰ। ਲਾਲਚ ਨੂੰ ਛੱਡ ਦੇ, ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰ ਲੈ, ਪੰਚਮ ਪਾਤਸ਼ਾਹ ਜੀ ਕਹਿੰਦੇ। ਹੁਣ ਬੇਬੇ ਨਾਨਕੀ ਜੀ ਆਪਣੇ ਪਿਤਾ ਜੀ ਨੂੰ ਇਹ ਗੱਲ ਸਮਝਾ ਰਹੇ ਨੇ, ਮੇਰਾ ਭਰਾ ਕੋਈ ਮਾੜੇ ਕੰਮ ਕਰਦਾ ਹੈ, ਤੁਸੀਂ ਦੱਸੋ। ਤੁਸੀਂ ਸਾਨੂੰ ਇਹ ਕਹਿ ਰਹੇ ਜੋ ਕਿ ਆਪਣੇ ਭਰਾ ਨੂੰ ਸਮਝਾਓ, ਤੁਸੀਂ ਸਮਝਾਇਆ ਨਹੀਂ ਹੈ, ਤੇ ਤੁਸੀਂ ਦੱਸੋ ਕਿ ਕੋਈ ਮਾੜਾ ਕੰਮ ਕਰ ਰਿਹਾ। ਜੇ ਤੁਹਾਨੂੰ ਉਹਨੇ ਕੁਝ ਧਨ ਨਹੀਂ ਦਿੱਤਾ ਤੇ ਇਹਦਾ ਮਤਲਬ ਕਿ ਉਹਨੇ ਮਾੜਾ ਕੰਮ ਕੀਤਾ ਹੈ? ਨਹੀਂ। ਅਸੀਂ ਰੋਕਾਂਗੇ ਜੇਕਰ ਆਪਣੇ ਭਰਾ ਨੂੰ ਤੇ ਉਸ ਅਧਰਮ ਹੋਏਗਾ, ਕਿਉਂਕਿ ਉਹ ਚੰਗਾ ਕੰਮ ਕਰ ਰਿਹਾ ਹੈ। ਦੌਲਤ ਖਾਨ ਪੁੱਤੇ ਡਰ ਆਵੇ, ਲਿਖੇ ਮੈਂ ਤਨ ਨਾ ਘਟ ਜਾਵੇ। ਅਸਲ ਦੇ ਵਿੱਚ ਬਾਦਸ਼ਾਹ ਦੌਲਤ ਖਾਨ ਤੋਂ ਜ਼ਰੂਰ ਡਰ ਲੱਗਦਾ ਹੈ, ਕਿਤੇ ਹਿਸਾਬ ਕਿਤਾਬ ਕਰਦਿਆਂ ਹੋਇਆਂ ਧਨ ਵਿੱਚ ਘਾਟਾ ਨਾ ਆ ਜਾਵੇ। ਜਾਚਕ ਪੀਰ ਵੱਡੀ ਨਿਤ ਹੋਵੇ, ਆਖੇ ਲੋਕ ਸਭੇ ਏਕ ਹੋਵੇ। ਮੰਗਤਿਆਂ ਦੀ ਸਦਾ ਉੱਥੇ ਮੋਦੀਖਾਨੇ ਦੇ ਅੱਗੇ ਨਾ ਭੀੜ ਲੱਗੀ ਰਹਿੰਦੀ ਹੈ, ਲੋੜਵੰਦਾਂ ਦੀ, ਤੇ ਸਾਰੇ ਲੋਕ ਇਹੋ ਹੀ ਕਹਿੰਦੇ ਨੇ ਜਿਹੜੇ ਈਰਖਾ ਕਰਦੇ ਨੇ ਕਿ ਇੱਥੇ ਧਨ ਗਵਾਇਆ ਜਾ ਰਿਹਾ ਹੈ। ਸ਼ਸ਼ ਬਦਨਾ ਛੰਦ ਜਬ ਕਰ ਲੇਖਾ ਬਦਤ ਵਿਸ਼ੇਖਾ। ਜਦ ਲੇਖਾ ਕੀਤਾ ਤਾਂ ਧਨ ਬਹੁਤ ਨਿਕਲਿਆ, ਮੈਂ ਘਟ ਜਾਈ ਪਲ ਪਤ ਆਈ। ਕੁਛ ਵੀ ਘਟਦਾ ਨਹੀਂ ਹੈ, ਅਸਲ ਦੇ ਵਿੱਚ ਇਸ ਤਰ੍ਹਾਂ ਇੱਜ਼ਤ ਰਹਿ ਗਈ। ਇਹ ਤੇ ਕਰਤਾਰ ਦਾ ਸਰੂਪ ਨੇ, ਪਰਮਾਤਮਾ ਆਪ ਸ੍ਰਿਸ਼ਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਧਾਰਨ ਕਰਕੇ ਆਏ ਹਨ। ਇਸ ਲਈ ਜਿਹੜਾ ਹੈ ਭਵ ਭਵ ਮਾਹੀ ਨਰ ਤਨ ਨਾਹੀ, ਇਹ ਕੋਈ ਮਨੁੱਖੀ ਸਰੀਰ ਨਹੀਂ ਹੈ, ਇਹ ਤੇ ਅਵਤਾਰੀ ਪੁਰਖ ਹੈ। ਇਹ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਕਹਿਣ ਲੱਗੇ ਇਹ ਤਾਂ ਹੁਣ ਤੱਕ ਭਲਾ ਹੈ, ਪਰ ਹੁਣ ਲੇਖਾ ਕਰਕੇ ਵੇਖੋ, ਜੇ ਵੱਧ ਜਾਵੇ ਤਾਂ ਮੈਂ ਵੇਖਾਂ। ਮੇਰਾ ਕਿਹਾ ਮੰਨੋ ਤੇ ਆਪਣੇ ਮਨ ਦੇ ਨਾਲ ਤੁਸੀਂ ਵਿਚਾਰ ਕਰੋ, ਪਛਾਣਨਾ ਕਰੋ। ਕੋਈ ਉਪਾਵ ਕਰੋ ਤੇ ਧਨ ਜਿਹੜਾ ਹੈ ਖਿਸਕਾਉਣਾ ਕਰੋ। ਉਸ ਦੇ ਵਾਸਤੇ ਜਿਹੜਾ ਹੈ ਮੰਨੋ ਕਿ ਕਹਿ ਲੋ ਸੁੱਕੇ ਘਾਹ ਦਾ, ਸੁੱਕਾ ਘਾਹ ਜਿਹੜਾ ਤੇ ਲੱਖ ਰੁਪਏ ਉਹਦੇ ਬਰਾਬਰ ਤੇ ਇੱਕੋ ਹੀ ਨੇ। ਮੇਰੇ ਪੁੱਤਰ ਦੇ ਅੰਦਰ ਇਹ ਚੀਜ਼ ਨਹੀਂ ਹੈ, ਭਾਵੇਂ ਕੱਖ ਪਿਆ ਹੋਵੇ ਤੇ ਭਾਵੇਂ ਲੱਖ ਪਿਆ ਹੋਵੇ, ਉਹਨੂੰ ਇੱਕੋ ਸਮਾਨ ਸਮਝਦਾ ਹੈ। ਇਸ ਕਰਕੇ ਜਿਹੜਾ ਹੈ ਐਸੀ ਵਿਧੀ ਕਰੋ ਜਿਸ ਤੋਂ ਕਿਸੇ ਤਰ੍ਹਾਂ ਧਨ ਜਿਹੜਾ ਹੈ ਤੁਸੀਂ ਪ੍ਰਾਪਤ ਕਰ ਲਓ। ਸੋਚ ਉੱਥੇ ਹੀ ਹੈ। ਫਿਰ ਇਹਨਾਂ ਸਮਝਾਇਆ ਬੇਬੇ ਨਾਨਕੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਤੇ ਕਰ ਕਮਲਾਂ ਤੇ ਜਿਹੜਾ ਹੈ ਇਹ ਚੀਜ਼ਾਂ ਪਈਆਂ ਹੋਈਆਂ ਨੇ, ਬੜੀ ਬਰਕਤ। ਤੇ ਪਰ ਬਾਬਾ ਮਹਿਤਾ ਕਾਲੂ ਜੀ ਪਿਤਾ ਦੇ ਰੂਪ ਵਿੱਚ ਜਿਹੜਾ ਹੈ ਉਹਨਾਂ ਤੋਂ ਧਨ ਦੀ ਮੰਗ ਕਰ ਰਹੇ ਨੇ, ਇਸ ਲਈ ਕਹਿਣ ਲੱਗੀ ਕੋਈ ਵਿਧੀ ਕਰੋ ਧਨ ਪ੍ਰਾਪਤ ਹੋਵੇ। ਦੇਵਤ ਸੈ ਸਮਝਾਏ, ਹਮ ਤੁਮ ਮਿਲਤੇ ਸੋ ਕਹੈ, ਲੈ ਹੈ ਬਾਤ ਮਨਾਏ। ਬਾਲੇ ਨੂੰ ਬੁਲਾ ਕੇ ਉਸ ਨੂੰ ਸਮਝਾਓ, ਅਸੀਂ ਤੁਸੀਂ ਮਿਲ ਕੇ ਉਸ ਨੂੰ ਇਸ ਗੱਲ ਵਾਸਤੇ ਜਿਹੜਾ ਰਾਜੀ ਕਰ ਲਵਾਂਗੇ। ਤੇ ਇਸ ਲਈ ਜਿਹੜਾ ਹੈ ਤੁਸੀਂ ਭਾਈ ਬਾਲੇ ਜੀ ਨੂੰ ਕਹੋ ਤੇ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣਗੇ
ਇਸ ਪ੍ਰਕਾਰ ਜੋ ਤੁਹਾਡੀ ਮਨਸ਼ਾ ਹੈ ਉਹ ਪੂਰੀ ਹੋ ਜਾਵੇਗੀ। ਆਕਲ ਛੰਦ ਜੈ ਰਾਮ ਬੋਲ ਤਤਕਾਲਾ ਪਟਦਾਸ ਬੁਲਾਇਓ ਬਾਲਾ। ਜੈ ਰਾਮ ਬੋਲ ਤਤਕਾਲਾ ਪਟਦਾਸ ਬੁਲਾਇਓ ਬਾਲਾ। ਭਾਈਆ ਜੈ ਰਾਮ ਜੀ ਨੇ ਉਸੇ ਵੇਲੇ ਇੱਕ ਸੇਵਕ ਨੂੰ ਭੇਜਿਆ ਹੈ, ਨੌਕਰ ਨੂੰ ਭੇਜਿਆ ਤੇ ਭਾਈ ਬਾਲੇ ਨੂੰ ਬੁਲਾਇਆ ਹੈ। ਜਬ ਬੈਸਿਓ ਬਚਨ ਬਖਾਨੇ ਤੁਮ ਨਾਨਕ ਮੀਤ ਸੁਜਾਨੇ। ਅਸਲ ਦੇ ਵਿੱਚ ਫਿਰ ਉਹ ਆ ਕੇ ਜਦੋਂ ਬੈਠੇ ਨੇ ਤੇ ਬਾਬਾ ਮਹਿਤਾ ਕਾਲੂ ਜੀ ਨੇ ਬਚਨ ਕਹੇ ਨੇ, ਤੁਸੀਂ ਨਾਨਕ ਦੇ ਬੜੇ ਪਿਆਰੇ ਮਿੱਤਰ ਹੋ। ਹੋ ਤੁਮ ਕੋ ਜਾਣਤ ਐਸੀ ਸੁਤ ਨਾਨਕ ਹੈ ਮਮ ਜੈਸੀ। ਜਿਵੇਂ ਮੇਰਾ ਪੁੱਤਰ ਹੈ ਉਵੇਂ ਤੁਸੀਂ ਮੇਰੇ ਪੁੱਤਰ ਹੋ, ਇਸ ਕਰਕੇ ਗੱਲ ਧਿਆਨ ਨਾਲ ਸੁਣੋ। ਕਰਤਾ ਕੀ ਅਬ ਰਖਵਾਰੀ ਤਨ ਬਿਰਥਾ ਦੇ ਨ ਡਾਰੀ। ਤੁਸੀਂ ਨਾਨਕ ਦੀ ਪੂਰੀ ਰਾਖੀ ਰੱਖਣੀ ਹੈ ਤੇ ਧਨ ਕਿਸੇ ਪ੍ਰਕਾਰ ਵੀ ਉਹ ਵਿਅਰਥ ਨਾ ਗਵਾਵੇ, ਇਸ ਚੀਜ਼ ਦਾ ਧਿਆਨ ਤੁਸੀਂ ਰੱਖਣਾ ਹੈ। ਤੁਝ ਸੰਗ ਰਹੇ ਕੀ ਲਾਜਾ ਤਨ ਜਾਵੇ ਨਹੀਂ ਅਪਾਜਾ। ਤੁਹਾਡੇ ਰਹਿਣ ਦੇ ਨਾਲ ਜਿਹੜਾ ਹੈ ਅਸਲ ਦੇ ਵਿੱਚ ਕੁਝ ਉਹ ਲਾਜ ਕਰਨਗੇ, ਲਾਜ ਰੱਖਣਗੇ, ਧਨ ਫਜ਼ੂਲ ਨਹੀਂ ਖਰਚਣਗੇ। ਸੁਨ ਕਾਲੂ ਤੇ ਕਾਲਾ ਰਿਸ ਈਖਦ ਕਰਕੇ ਬਾਲਾ। ਬਾਬੇ ਕਾਲੂ ਜੀ ਦੀ ਇਹ ਗੱਲ ਸੁਣ ਕੇ ਥੋੜੇ ਜਿਹੇ ਗੁੱਸੇ ਵਿੱਚ ਆਏ ਨੇ ਭਾਈ ਬਾਲਾ ਜੀ। ਹਮ ਲੋਭ ਨਹੀਂ ਮਨ ਰਾਈ ਕਿਉਂ ਮਹਿਤਾ ਜੀ ਪਰਮਾਈ। ਸਾਡੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਲਾਲਚ ਲੋਭ ਨਹੀਂ ਹੈ। ਬਾਬਾ ਮਹਿਤਾ ਕਾਲੂ ਜੀ ਤੁਸੀਂ ਮੈਨੂੰ ਭਰਮਾ ਰਹੇ ਹੋ। ਨੈ ਲਾਲਸ ਹੈ ਕੁਛ ਅਸਨਾ ਨੈ ਕਰਤ ਫਜ਼ੂਲੀ ਬਸਨਾ। ਸਾਨੂੰ ਨਾ ਤੇ ਕਿਸੇ ਪਦਾਰਥ ਦੀ ਲਾਲਸਾ ਹੈ ਤੇ ਨਾ ਅਸੀਂ ਜਿਹੜਾ ਹੈ ਵਸਤਰਾਂ ਨੂੰ ਕੋਈ ਫਜ਼ੂਲ ਗਵਾਉਂਦੇ ਹਾਂ, ਕੋਈ ਪਦਾਰਥ ਫਜ਼ੂਲ ਕਰਦੇ ਹਾਂ। ਕਿਸੇ ਪ੍ਰਕਾਰ ਦੀ ਕੋਈ ਜਿਹੜਾ ਹੈ ਲਾਲਸਾ ਨਹੀਂ ਹੈ। ਪਰਮੇਸ਼ਰ ਨਾਨਕ ਰੂਪਾ ਉਪਕਾਰੀ ਸੰਤ ਅਨੂਪਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਰਮੇਸ਼ਰ ਦਾ ਸਰੂਪ ਨੇ, ਉਹ ਪਰਉਪਕਾਰੀ ਸੰਤ ਰੂਪ ਹਨ। ਇਸ ਸੰਗਤ ਹੋਤ ਉਧਾਰੋ ਮਨ ਸਭ ਹੈ ਸ਼ਰਧਾ ਤਾਰੋ। ਉਹਨਾਂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਦਾ ਜਿਹੜਾ ਹੈ ਉਧਾਰ ਹੁੰਦਾ ਹੈ, ਸ਼ਰਧਾ ਦੇ ਨਾਲ ਮਨ ਭਰ ਜਾਂਦਾ ਹੈ, ਸ਼ਾਂਤੀ ਆਨੰਦ ਜਿਹੜਾ ਹੈ ਉਹਨਾਂ ਦੇ ਜੀਵਨ ਵਿੱਚ ਹੈ। ਹਮ ਪਾਈ ਦੁਰਲਭ ਦੇਹਾ ਪਵਤਾਰੋਂ ਕਾਰਜ ਏ। ਸਾਨੂੰ ਰੱਬ ਨੇ ਇਹ ਦੁਰਲਭ ਦੇਹੀ ਸਰੀਰ ਬਖਸ਼ਿਸ਼ ਕੀਤਾ ਹੈ ਤੇ ਭਵ ਸਾਗਰ ਤੋਂ ਲੰਘਣ ਵਾਸਤੇ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਹਾਰਾ ਹਨ। ਸੁਨ ਮਹਿਤਾ ਤੁਝ ਤਨ ਚਾਹੋ ਰਹੋ ਨਾਨਕ ਸੁਤ ਕੇ ਪਾਹ। ਜੇ ਬਾਬਾ ਮਹਿਤਾ ਕਾਲੂ ਜੀ ਉਹ ਤੁਹਾਨੂੰ ਚਾਹਨਾ ਹੈ ਨਾ, ਤੁਹਾਡੇ ਅੰਦਰ ਇੱਛਾ ਹੈ, ਲਾਲਸਾ ਹੈ, ਲਾਲਚ ਹੈ, ਤੇ ਇਦਾਂ ਕਰੋ ਤੁਸੀਂ ਮੈਨੂੰ ਨਾ ਕਹੋ, ਗੁੱਸੇ ਵਿੱਚ ਆ ਕੇ ਗਿਆ, ਮੈਨੂੰ ਨਾ ਕਹੋ, ਤੁਸੀਂ ਆਪ ਹੀ ਗੁਰੂ ਨਾਨਕ ਸਾਹਿਬ ਜੀ ਕੋਲ ਰਹਿ ਲਓ, ਆਪੇ ਪਤਾ ਲੱਗ ਜਾਏਗਾ। ਇਸ ਕਰਕੇ ਮੈਨੂੰ ਨਾ ਇਹ ਗੱਲ ਕਹੋ ਤੁਸੀਂ ਕਿ ਤੁਸੀਂ ਇੱਥੇ ਰਹੋ। ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਅੱਗੇ ਵੀ ਚੱਲਣਗੀਆਂ ਤੇ ਕਿਵੇਂ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਿਸਾਬ ਕਿਤਾਬ ਦੇ ਵਿੱਚ ਕੁਝ ਇਹ ਖਾਲੂ ਲੋਕਾਂ ਵੱਲੋਂ ਕਿਵੇਂ ਦੌਲਤ ਖਾਨ ਨੂੰ ਆਖਿਆ ਜਾਏਗਾ ਤੇ ਉਸੇ ਵੇਲੇ ਦੌਲਤ ਖਾਨ ਗੁਰੂ ਨਾਨਕ ਸਾਹਿਬ ਜੀ ਨੂੰ ਲੇਖਾ ਦੇਣ ਵਾਸਤੇ, ਹਿਸਾਬ ਕਿਤਾਬ ਦੇਣ ਵਾਸਤੇ ਕਹਿਣਗੇ ਤੇ ਕਿਵੇਂ ਪੈਸੇ ਘਟਣਗੇ ਨਹੀਂ ਵਧਣਗੇ, ਉਹ ਇਸ ਅਧਿਆਇ ਦੇ ਵਿੱਚ ਜ਼ਿਕਰ ਕੀਤਾ ਹੈ। ਆਉਣ ਵਾਲੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸ਼ੀ ਅਗਨਾਸ਼। ਹੇ ਪੂਰਨ ਹੈ ਸਰਬ ਮੈਂ, ਗੁਰ ਪੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਕੇ ਸਦਾ ਵਿਵੇਕ। ਹੇ ਅਪਰੰਪਰ ਹਰਿ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਾਂ ਕੇ ਸਦਾ ਸੰਗ, ਹੇ ਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋ। ਨਾਨਕ ਦੀਜੈ ਨਾਮਦਾਨ, ਰਾਖੋ ਹੀਐ ਪਰੋ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ।
ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।